ਰਿਆਜ਼ ਭਾਈ ਕਟਾਈ ਤੋਂ ਬਾਅਦ ਅਗਲੀ ਫਸਲ ਆਪਾਂ ਕਿਹੜੀ ਲਾਵਣੀ ਹੈ? ਛੋਲੇ ਲਾਵਣੇ ਨੇ, ਕਣਕ ਲਾਵਣੀ ਹੈ, ਕਨੋਲਾ ਲਾਵਣਾ ਹੈ ਜਾਂ ਸਬਜ਼ ਚਾਰਾ ਲਾਵਣਾ ਹੈ? ਆਪਾਂ ਅੱਲਾ ਦੇ ਹੁਕਮ ਨਾਲ ਕਣਕ ਨਹੀਂ ਲਾਉਣੀ ਜੀ। ਕਣਕ ਵਿੱਚ ਪਿਛਲੀ ਵਾਰੀ ਬੜਾ ਨੁਕਸਾਨ ਕੀਤਾ ਹੈ। ਮੇਰੇ ਤਾਂ 10 ਕਿੱਲੇ ਕਣਕ ਆਈ ਤੇ ਬੜਾ ਨੁਕਸਾਨ ਹੋਇਆ। ਅਸਲਾਮ ਵਾਲੇਕੁਮ ਦੋਸਤੋ, ਮੈਂ ਤੁਹਾਡਾ ਭਰਾ ਮੀਆਂ ਮੁਹੰਮਦ ਫਜ਼ਲ ਬੱਟੂ ਤੇ ਤੁਸੀਂ ਵੇਖਦੇ ਪਏ ਹੋ ਡਿਜੀਟਲ ਕਿਸਾਨ ਪਾਕਿਸਤਾਨ। ਕਿਸਾਨ ਵੀਰ ਭਰਾਓ, ਮੁੰਜੀ ਦੀ ਹੋਵੇ ਕਟਾਈ ਤੇ ਰਸਤਾ ਕੋਈ ਨਹੀਂ ਸੀ ਤੇ ਕਿਸਾਨ ਵੀਰ ਭਰਾਵਾਂ ਨੇ ਖਲੇ ਦਾ ਇੱਕ ਪਾਰਾ ਜਿਹੜਾ ਢਾਹ ਦਿੱਤਾ ਹੈ ਤੇ ਰਸਤਾ ਬਣਾ ਲਿਆ ਹੈ। ਤੇ ਨਾਲ ਹੀ ਆਪਣੇ ਵੀਰ ਭਰਾਵਾਂ ਤੋਂ ਪੁੱਛਾਂਗਾ ਕਿਸਾਨ ਭਾਈਆਂ ਤੋਂ ਅਗਲੀ ਫਸਲ ਉਹਨਾਂ ਕਿਹੜੀ ਲਾਵਣੀ ਹੈ? ਛੋਲੇ ਲਾਵਣੇ ਨੇ, ਕਨੌਲਾ ਲਾਵਣਾ ਹੈ, ਮਕਈ ਲਾਵਣੀ ਹੈ ਜਾਂ ਆਲੂ ਲਾਉਣੇ ਨੇ ਜਾਂ ਉਹਨਾਂ ਕਣਕ ਲਾਵਣੀ ਹੈ। ਤੇ ਇਹ ਰਾਏ ਜਨਾਬ ਆਪਾਂ ਉਹਨਾਂ ਕੋਲ ਲੈਨੇ ਆ ਵੀ 3 ਫਸਲਾਂ ਕਰਨਗੇ ਜਾਂ ਸਿਰਫ ਕਣਕ ਹੀ ਲਾਵਣਗੇ ਤੇ ਉਹਨਾਂ ਦੀ ਰਾਏ ਲੈਨੇ ਆ ਤੇ ਪੁੱਛਨੇ ਆ ਵੀ ਉਹ ਕਿਸਾਨ ਵੀਰ ਭਰਾ ਕੀ ਆਖਦੇ ਨੇ। ਆਓ ਚਲਿਏ ਦੋਨੋਂ ਰਸਤਾ ਵੀ ਵਿਖਾਈਏ ਤੇ ਮਸ਼ੀਨ ਦੀ ਪਰਫਾਰਮੈਂਸ ਵੀ ਵਿਖਾਈਏ। ਬੇਲਾਖਰ ਜੀ ਪਾਰਾ ਉਹਨਾਂ ਇੱਕ ਢਾਹ ਦਿੱਤਾ ਹੈ ਤੇ ਬੜਾ ਵੈਲ ਕਹਿੰਦੇ ਨੇ ਕੀਤਾ ਹੈ ਤੇ ਬੇਲਾਖਰ ਮਸ਼ੀਨ ਪਹੁੰਚ ਗਈ ਹੈ ਖੇਤਾਂ 'ਚ। ਇੱਕ ਮਸ਼ੀਨ ਦੋ ਆਉਂਦੀਆਂ ਪਈਆਂ ਨੇ, ਕੇਸ ਦੇ ਪਿੱਛੇ ਆਉਂਦੀ ਪਈ ਹੈ ਤੇ ਉਹਨਾਂ ਦਾ ਕਹਿਣਾ ਸੀ ਜਿਹੜੀ ਇਹ ਹਾਈਬ੍ਰਿਡ ਹੈ ਇਹ 15-20 ਦਿਨ ਪਹਿਲੇ ਸੱਤ ਲੱਗੀ ਸੀ ਤੇ ਇਹ ਕਟਾਈ ਹੋਣੀ ਸੀ, ਬਾਅਦ ਤੇ ਸਾਡੀ ਕਟਾਈ ਹੋਣੀ ਸੀ। ਲੇਕਿਨ ਉਹਨਾਂ ਦੀ ਜਿਹੜੀ ਫਸਲ ਹੈ ਇਹ ਸਾਹਮਣੇ 1509 ਹੈ, ਇਹ 90 ਦਿਨਾਂ 'ਚ ਪੱਕ ਕੇ ਤਿਆਰ ਹੋ ਗਈ ਹੈ ਤੇ ਅਗਲੇ ਪਾਸੋਂ ਤੇ ਡਿੱਗਦੀ ਪਈ ਹੈ। ਇਸ ਵਾਸਤੇ ਇਹ ਵਕਤ ਉਹਨਾਂ ਨੂੰ ਕਰਨਾ ਪੈ ਗਿਆ ਰਸਤੇ ਬਣਾਉਣ ਦਾ। AR 48 ਐਰੋਸਟਾਰ ਇੱਕ ਜਨਾਬ ਆ ਗਈ AR 52 ਬੈਕ ਸਾਈਡ ਤੇ ਪਿੱਛੇ ਜਨਾਬ ਆਵਾਮ ਆਉਂਦੀ ਵੀ ਪਰਾਲੀ ਚੁੱਕਣ ਵਾਲੀ ਵੀ। ਸਾਰੇ ਕਿਸਾਨ ਵੀਰ ਭਰਾ ਜਿਹੜੇ ਨੇ ਇਹਨਾਂ ਪਰਾਲੀ ਲਿਜਾਣੀ ਹੈ। ਚੈੱਕ ਕਰੋ ਜੀ, ਕੱਟ ਮਾਰ ਦਿੱਤੀ ਹੈ ਉਸਤਾਦ ਨੇ। ਤੇ ਸਾਡੇ ਨਾਲ ਮਾਲਕ ਮੌਜੂਦ ਨੇ, ਗੱਲ ਕਰਨੇ ਆ। ਅਸਲਾਮ ਵਾਲੇਕੁਮ ਜੀ। ਵਾਲੇਕੁਮ ਸਲਾਮ। ਰਿਆਜ਼ ਭਾਈ ਕੀ ਹਾਲ ਹੈ? ਠੀਕ ਠਾਕ ਭਾਈ। ਤੇ ਬੜੇ ਔਖੇ ਹੋ ਤੇ ਕਟਾਈ ਕਰਾਉਂਦੇ ਪਏ ਹੋ, ਰਸਤਾ ਕੋਈ ਨਹੀਂ ਸੀ। ਕੋਈ ਨਹੀਂ ਸੀ ਤੇ ਬੱਲੇ ਤੇ ਲੱਗੇ ਬੰਦੇ ਦਿਹਾੜੀ ਤੇ ਰੱਖੇ ਨੇ ਦੋ ਨਾਲ, ਆਪ ਖਪਦੇ ਰਹੇ ਛਾੜਾ ਵੱਢ ਬੂੜ ਤੇ ਦਾਈਆਂ ਵਿੱਚ ਆਪਣੇ ਆ ਕੇ ਤੇ ਹੁਣ ਅੱਲਾ ਕਿਤੇ ਮਸ਼ੀਨਾਂ ਵਿੱਚ ਆ ਗਈਆਂ, ਦਾਈ ਕਟਿੰਦੇ ਪਏ ਨੇ। ਚਲੋ ਮਾਸ਼ਾਅੱਲਾ ਮੁਬਾਰਕ ਹੋਵੇ। ਰਿਆਜ਼ ਭਾਈ ਕਟਾਈ ਤੋਂ ਬਾਅਦ ਅਗਲੀ ਫਸਲ ਆਪਾਂ ਕਿਹੜੀ ਲਾਵਣੀ ਹੈ? ਛੋਲੇ ਲਾਵਣੇ ਨੇ, ਕਣਕ ਲਾਵਣੀ ਹੈ, ਕਨੌਲਾ ਲਾਵਣਾ ਹੈ ਜਾਂ ਸਬਜ਼ ਚਾਰਾ ਲਾਵਣਾ ਹੈ? ਆਪਾਂ ਅੱਲਾ ਦੇ ਹੁਕਮ ਨਾਲ ਕਣਕ ਨਹੀਂ ਲਾਉਣੀ ਜੀ। ਕਣਕ ਵਿੱਚ ਪਿਛਲੀ ਵਾਰੀ ਬੜਾ ਨੁਕਸਾਨ ਕੀਤਾ ਹੈ। ਮੇਰੇ ਤਾਂ 10 ਕਿੱਲੇ ਕਣਕ ਆਈ ਤੇ ਬੜਾ ਨੁਕਸਾਨ ਹੋਇਆ ਤੇ ਠੇਕਾ ਵੀ ਪੱਲੂ ਪੈ ਗਿਆ ਤੇ ਮਜ਼ਦੂਰੀ ਸਾਰਾ ਕੋਈ ਪੱਲੂ ਪੈ ਗਿਆ। ਹੁਣ ਕਨੋਲਾ ਲਾਵਣਾ, ਕਨੌਲਾ ਬਿਲਕੁਲ ਨਹੀਂ ਕੱਢਣੀ ਜੀ। ਤੇ ਕਨੌਲਾ ਤੋਂ ਬਾਅਦ ਮਕਈ ਵੀ ਲੱਗ ਜਾਸੀ? ਕਨੋਲੇ ਤੋਂ ਬਾਅਦ ਮਕਈ ਲੱਗ ਜਾਸੀ ਜੀ। ਠੀਕ ਹੋ ਗਿਆ। ਇਹਦਾ ਮਤਲਬ ਹੈ ਵੀ ਆਲੂਆਂ ਵਾਲੀ ਆਪੇ ਕੋਈ ਗੁੰਜਾਇਸ਼ ਨਹੀਂ, ਆਲੂ ਲਾ ਨਹੀਂ ਸਕਨੇ, ਆਪਾਂ ਕਨੋਲਾ ਕੱਢਣਾ ਹੈ, ਕਨੌਲਾ ਲਾਉਣਾ ਹੈ। ਕਨੋਲਾ ਲਾਉਣਾ ਤੇ ਕਨੌਲਾ ਤੇ ਖਰਚਾ ਕਿੰਨਾ ਆਉਂਦਾ ਤੇ ਕਣਕ ਤੇ ਕਿੰਨਾ ਆਉਂਦਾ? ਕਨੋਲੇ ਤੇ ਖਰਚਾ ਕੋਣੀ ਜੀ। ਅੱਧੀ ਬੋਰੀ DAP ਪਿਛਲੀ ਵਾਰੀ ਪਾਈ ਹੈ ਤੇ 20 ਸੱਟਾ ਹੈ, ਪਾਣੀ ਲਾਇਆ ਹੀ ਕੋਣੀ ਤੇ ਉਹ ਮੇਰਾ ਹੋਇਆ ਜੇ 12 ਮਣ 12 ਮਣ ਤੇ 30,000 ਦਾ ਬੂਹ ਕਿੱਲੇ ਦਾ ਵਿਕਾ ਜੀ। ਲੱਖ ਰੁਪਏ ਦਾ ਕਿੱਲਾ ਹੋ ਗਿਆ ਮੇਰਾ ਅਰਮਾਨ ਨਾਲ। 20,000 ਖਰਚਾ ਹੋ ਗਿਆ ਹੈ। 20,000 ਖਰਚਾ ਹੋ ਗਿਆ। ਤੇ ਕਣਕ ਦਾ ਕਿੰਨਾ ਖਰਚਾ ਆ ਜਾਂਦਾ ਹੈ? ਕਣਕ ਦੇ ਕਮ ਸੇ ਕਮ 70,000 ਤੋਂ 80,000 ਰੁਪਏ ਖਰਚਾ ਆਉਂਦਾ ਹੈ। ਤੇ ਕਣਕ ਦਾ ਕਿੱਲਾ ਕਿੰਨੇ ਦਾ ਵਿਕਾ ਸੀ? 90,000 ਦਾ ਕਿੱਲਾ ਹੋਇਆ ਜੀ। 90,000 ਦਾ 90,000 ਦਾ ਕਿੱਲਾ ਹੋਇਆ। ਠੇਕਾ ਵੀ ਪੱਲੂ ਪੈ ਗਿਆ, ਖਰਚਾ ਵੀ ਪੱਲੂ ਪੈ ਗਿਆ, ਸਭ ਕੁਝ ਸਾਰਾ ਨੁਕਸਾਨ ਹੋਇਆ। ਸਾਰਾ ਨੁਕਸਾਨ। ਅੱਛਾ, ਘੱਟ ਤੋਂ ਘੱਟ ਕਿੰਨਾ ਰੇਟ ਹੋਣਾ ਚਾਹੀਦਾ ਹੈ? ਕਣਕ ਦਾ ਕਮ ਸੇ ਕਮ 5,000 ਰੇਟ ਜਿੰਨੀ ਦੇਰ ਤੱਕ ਨਾ ਹੋਵੇਗਾ ਬਿਲਕੁਲ ਗੰਦਮ ਨਹੀਂ ਕੱਢਣੀ, ਕਣਕ ਨਹੀਂ ਲਾਉਣੀ। ਕਣਕ ਨਹੀਂ ਲਾਉਣੀ ਜੀ ਠੀਕ ਹੋ ਗਿਆ। ਤੇ ਕਿਸਾਨ ਵੀ ਭਰਾਓ ਤੁਸੀਂ ਵੀ ਆਪਣੀ ਰਾਏ ਦੇਣੀ ਹੈ ਵੀ ਮੂੰਜੀ ਤੋਂ ਬਾਅਦ ਤੁਸੀਂ ਕਿਹੜੀ ਫਸਲ ਲਾਉਣੀ ਹੈ। ਤਾਂ ਉਹ ਦੋਨੋਂ ਪਰਫਾਰਮੈਂਸ ਵਿਖਾਈਏ ਤੇ ਮਜ਼ੀਦ ਗੱਪਸ਼ਪ ਕਰੀਏ। ਤੇ ਸਾਡੇ ਨਾਲ ਇੱਕ ਹੋਰ ਕਿਸਾਨ ਭਾਈ ਮੌਜੂਦ ਨੇ, ਉਹਨਾਂ ਕੋਲ ਪੁੱਛਨੇ ਵੀ ਅਗਲੀ ਫਸਲ ਉਹਨਾਂ ਕਿਹੜੀ ਲਾਉਣੀ ਹੈ। ਆਓ ਗੱਲ ਕਰੀਏ। अस्सलाम वालेकुम जी। वालेकुम सलाम। भाईजान की हाल चाल है? अल्लाह का शुक्र जी। तबीयत ठीक है? बिल्कुल ठीक। ਇਹ ਮੈਨੂੰ ਦੱਸੋ ਮਾਸ਼ਾਅੱਲਾ ਸੀਜ਼ਨ ਸ਼ੁਰੂ ਹੋ ਚੁੱਕਿਆ ਹੈ ਮੂੰਜੀ ਦਾ। ਹਾਂਜੀ ਹੁਣ 15/09 ਵੀ ਕਟਾਈ ਹੁੰਦੀ ਪਈ ਹੈ। ਹਾਂਜੀ ਹੁੰਦੀ ਇਹ ਦੱਸੋ ਵੀ ਅਗਲੀ ਫਸਲ ਜਿਹੜੀ ਹੈ
ਕਣਕ ਲਾਉਣੀ ਹੈ, ਛੋਲੇ ਲਾਉਣੇ ਨੇ, ਕਨੋਲਾ ਲਾਉਣਾ ਹੈ, ਆਲੂ ਲਾਉਣਾ ਹੈ, ਕਿਹੜੀ ਫਸਲ ਲਾਉਣੀ ਹੈ ਤੇ ਪਿਛਲੇ ਸਾਲਾਂ ਦਾ ਤਜਰਬਾ ਵੀ ਦੱਸਦੇ ਚਲੋ। ਨਹੀਂ ਇਨਸ਼ਾਅੱਲਾ ਜੀ ਕਰਨੋਲਾ ਗੱਡਾਂਗੇ। ਪਿਛਲੇ ਸਾਲ ਕਣਕ ਬੀਜੀ ਹੈ ਤੇ ਉਹਦੇ 'ਚ ਬੜਾ ਨੁਕਸਾਨ ਕੀਤਾ ਹੈ। 10-12 ਕਿੱਲੇ ਕਣਕ ਹੈਗੀ ਹੈ ਤੇ 2100 ਨੂੰ 1900 ਨੂੰ ਕਣਕ ਵੇਚੀ ਹੈ ਤੇ ਹੁਣ ਇਨਸ਼ਾਅੱਲਾ ਅਸੀਂ ਕਰਨੋਲਾ ਕੱਢਾਂਗੇ। ਜਿੰਦੇ ਵੀ ਕੋਈ ਲੱਖ ਦਾ ਕਰਨੋਲਾ ਹੋਵੇ ਤੇ 20000 ਖਰਚਾ ਉਸੀ ਜੀ। ਖਰਚਾ ਆਉਂਦਾ ਲੱਖ ਰੁਪਈਆ ਤੇ ਕਰਨੋਲੇ ਦਾ ਖਰਚਾ ਆਉਂਦਾ 20000 ਰੁਪਈਆ ਤੇ ਮੁੜ ਉਹਦੇ ਨਾਲ ਕਰਨੋਲਾ ਕੱਢਾ ਸਾਨੂੰ ਫਾਇਦਾ ਤਾਂ ਹੈ। ਉਹ ਲੱਖ ਉਧਰੋਂ ਇੱਕ ਉਹ 7 ਮਹੀਨੇ ਦੀ ਫਸਲ ਹੈ ਤੇ 3 ਮਹੀਨੇ ਦੀ ਫਸਲ ਹੈ। ਇਹਦੇ 3 ਮਹੀਨੇ ਕਰਨੋਲਾ ਪੱਕ ਗਿਆ ਸੀ, ਉਸ ਤੋਂ ਬਾਅਦ ਉੱਤੇ ਬਾਰੀਆਂ ਮੱਕੀ ਕੱਢ ਲੈ ਸਾਂ। ਉਹਨੇ ਦਿਨਾਂ ਦੇ ਵਿੱਚ ਮੱਕੀ ਵੀ ਚਾ ਲੈ ਸਾਂਗੇ, ਕਣਕ ਦੇ ਨਾਲ ਉਹ ਵੀ ਪੱਕ ਜਾਏਗੀ। ਹਕੂਮਤ ਤਾਂ ਆਖਦੀ ਵੀ ਅਸੀਂ ਬੜੀਆਂ ਸਕੀਮਾਂ ਦਿੱਤੀਆਂ ਨੇ, ਕਿਸਾਨ ਜਿਹੜੇ ਨੇ ਬੜੇ ਖੁਸ਼ ਹੋ ਕੇ ਕਣਕ ਲਾਉਣਗੇ। ਟਰੈਕਟਰ ਦਿੱਤੇ ਹੈਗੇ ਨੇ, ਜ਼ਰਈ ਹਾਲਾਤ ਉਹ ਕਹਿੰਦੇ ਨੇ ਦੇਵਾਂਗੇ, ਮੁxtਲਿਫ ਸਕੀਮਾਂ 'ਚ ਦੇਵਾਂਗੇ। ਪਿਛਲੀ ਵਾਰੀ ਉਹ ਕਹਿੰਦੇ ਨੇ 5-5000 ਕਿੱਲੇ ਦਾ ਦਿੱਤਾ ਸੀ। ਕਿਹਨੂੰ ਦਿੱਤਾ ਨੇ ਜੀ? ਮੈਂ ਇਸ ਗੱਲ ਦੀ ਕਸਮ ਦੇਣਾ, ਮੈਨੂੰ ਹਾਲੇ ਤੱਕ 5-6 ਮੈਨੂੰ 1000 ਵੀ ਮਿਲਿਆ ਹੋਵੇ ਤਾਂ ਤੁਹਾਨੂੰ ਨਹੀਂ ਲੱਭੇ? ਨਹੀਂ ਮਿਲਾ, ਹਾਲੇ ਤੱਕ ਵੀ ਨਹੀਂ ਮਿਲਾ। ਤੇ ਜਿਹੜੇ ਲੋਕਾਂ ਨੂੰ ਮਿਲਿਆ ਸ਼ਾਇਦ ਉਹ ਉਹਨਾਂ ਨੂੰ ਮਿਲਿਆ, ਉਹਨਾਂ ਨੇ ਜਿਨ੍ਹਾਂ ਦੀ ਰਕਬੇ ਚੁੱਕੇ ਇਹਨਾਂ ਨੇ ਉਹ ਲੈ ਆਪਣੇ ਵਰਗੇ ਗਰੀਬ ਆਦਮੀ ਕਿੱਥੋਂ ਲੈ ਸਕੇ? ਜੋ ਸਕੀਮਾਂ ਦੀ ਆਪਾਂ ਨੂੰ ਕੋਈ ਜ਼ਰੂਰਤ ਨਹੀਂ ਹੈਗੀ। ਆਪਾਂ ਨੂੰ ਤਾਂ ਸਿਰਫ ਰੇਟ ਨਾ ਆਇਆ, ਆਪਣੀ ਜਿਹੜੀ ਹੈ ਫਸਲ ਦਾ ਰੇਟ ਹੋਣਾ ਚਾਹੀਦਾ ਹੈ। ਚੰਗਾ ਫਸਲ ਦਾ ਰੇਟ ਲੱਭੇ ਤੇ ਉਹ ਆਪਾਂ ਨੂੰ ਉਹਦੇ ਨਾਲ ਮਫਾਦ ਹੈਗਾ। ਆਪਾਂ ਨੂੰ ਕੋਈ ਸਕੀਮਾਂ ਨਾਲ ਜਾਂ ਕੋਈ ਬਜਟ ਦੇਵਣ ਇਹ ਚੀਜ਼ਾਂ ਨਾਲ ਤਾਂ ਆਪਾਂ ਨੂੰ ਕੋਈ ਲਾਲਚ ਨਹੀਂ ਹੈਗਾ। ਮਤਲਬ ਤੁਹਾਡਾ ਕਹਿਣ ਦਾ ਮਕਸਦ ਹੈ ਵੀ ਕਣਕ ਦਾ ਰੇਟ ਕਿੰਨਾ ਹੋਵੇ? ਘੱਟ ਤੋਂ ਘੱਟ ਮੈਂ ਤਾਂ 4-5000 ਹੋਣਾ ਚਾਹੀਦਾ। ਫਸਲਾਂ ਦਾ ਰੇਟ ਲੱਭ ਜਾਵੇ, ਸਕੀਮਾਂ ਦੀ ਲੋੜ ਨਹੀਂ। ਕੋਈ ਲੋੜ ਨਹੀਂ ਹੈਗੀ ਜੀ, ਸਕੀਮਾਂ ਚੋਂ ਕੀ ਲੈਣਾ ਦੇਣਾ। ਜੇ ਫਸਲਾਂ ਦਾ ਰੇਟ ਹੋਵੇ ਤੇ ਵੀ ਆ ਕਿਸਾਨ ਵੀ ਖੁਸ਼ਹਾਲ ਹੈ ਤੇ ਮੁਲਕ ਵੀ ਖੁਸ਼ਹਾਲ ਹੈ। ਤੇ ਜੋ ਹੈ ਕਿਸਾਨ ਖੁਸ਼ਹਾਲ ਨਹੀਂ ਤੇ ਮੁਲਕ ਦੀ ਰੂਮੀ ਹੋ ਜਾਣੀ ਹੈ। ਜੀ ਤੁਸੀਂ ਠੀਕ ਫਰਮਾਇਆ ਹੈ। ਰੰਗ ਬਰੰਗੀਆਂ ਸਕੀਮਾਂ ਦਾ ਫਾਇਦਾ ਕੋਈ ਨਹੀਂ ਹੈਗਾ। ਸਿਰਫ ਕਿਸਾਨ ਨੂੰ ਉਸ ਦੀ ਫਸਲ ਦਾ ਹੱਕ ਮਿਲ ਜਾਵੇ ਤੇ ਸਕੀਮਾਂ ਵਿੱਚ ਅਸਾਂ ਕੀ ਲੈਣਾ ਹੈ। ਤੇ ਕਿਸਾਨ ਖੁਸ਼ਹਾਲ ਹੈ ਤੇ ਮੁਲਕ ਖੁਸ਼ਹਾਲ ਹੈ। ਅਗਰ ਕਿਸਾਨ ਖੁਸ਼ਹਾਲ ਨਹੀਂ ਤੇ ਮੁਲਕ ਖੁਸ਼ਹਾਲ ਨਹੀਂ ਹੈਗਾ। ਤੇ ਕਿਸਾਨ ਵੀ ਭਰਾਓ, ਗੱਲਬਾਤ ਤੁਸੀਂ ਸੁਣ ਲਈ ਹੈ। ਤੁਸੀਂ ਆਪਣੀ ਰਾਏ ਦੇਣੀ ਹੈ ਵੀ ਤੁਸੀਂ ਕਣਕ ਲਾਣੀ ਹੈ, ਕਨੋਲਾ ਲਾਉਣਾ ਹੈ, ਆਲੂ ਲਾਣੇ ਨੇ, ਛੋਲੇ ਲਾਉਣੇ ਨੇ। ਥੋੜਾ ਜਿਹਾ ਖਰਚੇ ਵਾਲੀਆਂ ਫਸਲਾਂ ਲਾਓ ਤੇ ਜ਼ਿਆਦਾ ਪ੍ਰੋਫਿਟ ਕਮਾਓ। ਤੇ ਜਿਸ ਤਰੀਕੇ ਜਬਾਰ ਭਈ ਆਖਿਆ ਵੀ ਮੇਰੇ ਹੱਥ ਖੜੇ ਨੇ 2 ਸਾਲ ਤੋਂ ਲਗਾਤਾਰ ਸਾਨੂੰ ਘਾਟਾ ਪਿਆ ਕਣਕ ਦਾ ਤੇ ਹੁਣ ਸਿਰਫ ਕਿੱਲਾ ਹੀ ਲਾਉਣਾ ਹੈ। ਕਿੱਲਾ ਹੀ ਲਾਉਣਾ ਹੈ। ਤੇ ਕਿਸਾਨ ਵੀਰ ਭਰਾ ਦੀ ਰਾਏ ਤੁਸੀਂ ਸੁਣ ਲਈ ਹੈ ਤੇ ਉਹਦਾ ਕਹਿਣਾ ਹੈ ਕਣਕ ਜਿਹੜੀ ਹੈ ਬਿਲਕੁਲ ਨਹੀਂ ਲਾਉਣੀ। ਕਣਕ ਲਾਵਣਗੇ ਸਿਰਫ ਆਪਣੇ ਜੋਗੀ ਤੇ ਕਣਕ ਦਾ ਬੜਾ ਨੁਕਸਾਨ ਹੈ। ਜਿੰਨੀ ਦੇਰ ਰੇਟ 5000 ਨਹੀਂ ਹੁੰਦਾ ਉਨੀ ਦੇਰ ਕਣਕ ਵਾਰੇ 'ਚ ਨਹੀਂ ਹੈਗੀ। ਤੇ ਇਹ ਹੁਣ ਚੈੱਕ ਕਰੋ, ਇਹ 1509 ਜਿਹੜੀ ਹੈ ਇਹ 90 ਦਿਨਾਂ 'ਚ ਪੱਕ ਕੇ ਤਿਆਰ ਹੋਈ ਹੈ। ਇਸ ਵਾਸਤੇ ਜਿਹੜਾ ਇਹਨਾਂ ਦਾ ਰਸਤਾ ਹੈਗਾ ਸੀ ਉਹ ਵੀ ਨਹੀਂ ਬਣ ਸਕਿਆ ਤੇ ਇਹਨਾਂ ਇੱਕ ਖਾਲੇ ਦਾ ਪਾਰਾ ਜਿਹੜਾ ਹੈ ਨਾ ਉਸ ਨੂੰ ਜਨਾਬ ਤੋੜਿਆ, ਬੰਨਿਆ ਤੇ ਰਸਤਾ ਬਣਾਇਆ ਤੇ ਮਸ਼ੀਨਾਂ ਫੀਲਡ 'ਚ ਆਈਆਂ ਨੇ। ਤੇ ਕਈ ਮੁੰਜੀ ਮੈਂ ਵੇਖਦਾ ਪਿਆ ਸੋਕੇ ਨਾਲ ਮਾਰੀ ਪਈ ਹੈ ਕਿਉਂਕਿ ਰਜਵਾਏ ਸੁੱਕੇ ਹੋਏ ਨੇ ਸੈਲਾਬ ਦੀ ਵਜ੍ਹਾ ਨਾਲ। ਤੇ ਕਿਸਾਨ ਵੀਰ ਭਰਾਵਾਂ ਦੀ ਇਹ ਹਾਲਤ ਹੈ ਵੀ ਉਹਨਾਂ ਤੋਂ ਪੀਟਰ ਨਾਲ ਪਾਣੀ ਵੀ ਨਹੀਂ ਲਾਇਆ ਗਿਆ। ਮੁੰਜੀ ਡਿੱਗੀ ਹੋਈ ਹੈ ਤੇ ਬੜੇ ਹਿਸਾਬ ਨਾਲ ਉਸਤਾਦ ਜਿਹੜਾ ਨਾ ਕਟਾਈ ਕਰਦਾ ਪਿਆ ਹੈ। ਮਸ਼ੀਨਾਂ ਨੂੰ ਆਖਿਆ ਗਿਆ ਹੈ ਪਹਿਲੇ ਜਿਹੜੀ ਡਿੱਗੀ ਹੋਈ ਹੈ ਇਹਨੂੰ ਚੁੱਕੋ ਤੇ ਫਿਰ ਜਿਹੜੀ ਖਲੋਬ ਹੈ ਉਸ ਨੂੰ ਫਿਰ ਕਟਾਈ ਕਰਨਾ ਹੈ ਕਿਉਂਕਿ ਇਹਨੇ ਸ਼ਾਮ ਨੂੰ ਕਾਬੂ ਕੋਈ ਨਹੀਂ ਆਵਣਾ। ਮਜ਼ੀਦ ਅਗਰ ਕੋਈ 4 ਦਿਨ ਇਹ ਮੁੰਜੀ ਖੜੀ ਰਹਿੰਦੀ ਤਾਂ ਫਿਰ ਇਹਦੇ ਵਿੱਚ ਕੱਖ ਨਹੀਂ ਬਚਣਾ ਸੀ। ਇਸ ਵਾਰੀ ਸਾਡੇ ਇਲਾਕੇ ਵਿੱਚ LP 18
100 ਪਲੱਸ ਨਿਕਲਦੀ ਪਈ ਹੈ ਜਨਾਬ ਪੈਦਾਵਾਰ ਫੀ ਏਕੜ, ਤੇ ਉਸ ਦੇ ਨਾਲ ਨਾਲ 1509 ਜਿਹੜੀ ਹੈ ਉਹ ਹਾਲੀ ਤੱਕ ਤਾਂ 40-45 ਮਣ ਹੀ ਨਜ਼ਰ ਆਉਂਦੀ ਪਈ ਹੈ। ਮੇਲਾ ਲੱਗ ਗਿਆ ਜਨਾਬ ਮਸ਼ੀਨ ਦੇ ਪਿੱਛੇ, ਦੋਨਾਂ ਦੇ ਪਿੱਛੇ ਇਹ ਪੋਜੀਸ਼ਨ ਹੈਗੀ ਹੈ, ਤੇ ਕੰਮ ਜਿਹੜਾ ਨਾ ਚੰਗਾ ਨਹੀਂ ਹੈਗਾ, ਲੋਕਾਂ ਨੇ ਖਿਆਲ ਕਰਨਾ, ਲੇਕਿਨ ਲੋਕ ਤਾਂ ਮਸ਼ੀਨ ਦੇ ਵਿੱਚ ਪਰਾਲੀ ਕੱਢਦੇ ਪਏ। ਤੇ ਕਿਸਾਨ ਵੀਰ ਭਰਾਓ ਪਰਫਾਰਮੈਂਸ ਤੁਸੀਂ ਵੇਖ ਲਈ ਹੈ, ਤੇ ਬਾਕੀ ਪਰਾਲੀ ਦਾ ਜਿਹੜਾ ਹਾਲ ਚਾਲ ਉਹ ਵੀ ਵੇਖ ਲਿਆ ਹੈ, ਤੇ ਇਹ ਸੂਰਤ ਹਾਲ ਹੈਗੀ ਜੇ। ਤੇ ਬਾਕੀ ਮੈਂ ਆਪਣੇ ਵੀਰ ਨੂੰ ਦੱਸਦਾ ਚੱਲਾਂ ਵੀ ਕਿਸਾਨ ਭਾਈਆਂ ਦੀ ਰਾਏ ਹੈ, ਅਗਲੀ ਫਸਲ ਜਿਹੜੀ ਹੈ ਜਿੰਨੀ ਦੇਰ ਹਕੂਮਤ 5000 ਰੇਟ ਨਹੀਂ ਕਰਦੀ ਫੀ ਬਣ ਕਣਕ ਦਾ, ਉਹਨਾਂ ਆਖਿਆ ਵੀ ਕਣਕ ਅਸਾਂ ਕੋਈ ਨਹੀਂ ਲਾਉਣੀ, ਛੋਲੇ ਲਾਵਾਂਗੇ, ਕਨੌਲਾ ਲਾਵਾਂਗੇ, ਕਿਉਂਕਿ ਅਗਰ ਕਨੌਲਾ ਲਾਉਂਦੇ ਨੇ 2 ਫਸਲਾਂ ਹੋ ਜਾਣਗੀਆਂ, ਆਲੂ ਲਾਉਂਦੇ ਨੇ ਫਿਰ ਵੀ ਉੱਤੋਂ ਮੱਕੀ ਲੱਗ ਜਾਂਦੀ ਫਿਰ ਵੀ 2 ਫਸਲਾਂ ਹੋ ਜਾਣਗੀਆਂ। ਤੇ ਕਣਕ ਜਿਹੜੀ ਹੈ ਉਹ 7 ਮਹੀਨਿਆਂ 'ਚ ਪੱਕ ਕੇ ਤਿਆਰ ਹੁੰਦੀ ਹੈ, ਤੇ ਖਰਚਾ ਕਨੌਲੇ ਦਾ 20000 ਹੈ ਤੇ ਕਣਕ ਦਾ 70 ਤੋਂ 80000 ਹੈ। ਇਹ ਸੂਚਨਾ ਹੈਗੀ ਹੈ। ਤੇ ਬਾਕੀ ਕਿਸਾਨ ਵੀ ਭਰਾਓ ਤੁਸੀਂ ਲਾਜ਼ਮੀ ਦੱਸਣਾ ਵੀ ਤੁਸੀਂ ਕਿੰਨੀ ਕਣਕ ਲਾਉਂਦੇ ਪਏ ਹੋ, ਜਾਂ ਕਨੌਲਾ ਲਾਉਂਦੇ ਪਏ ਹੋ, ਜਾਂ ਆਲੂ ਲਾਉਂਦੇ ਪਏ ਹੋ। ਤੇ ਹੁਣ ਮੈਨੂੰ ਦਿਓ ਇਜਾਜ਼ਤ, ਤੁਹਾਡਾ ਭਰਾ ਮੀਆਂ ਮੁਹੰਮਦ ਅਫਜ਼ਲ ਬੱਟੂ। ਅੱਲਾ ਹਾਫਿਜ਼। ਪਾਕਿਸਤਾਨ ਜ਼ਿੰਦਾਬਾਦ।